सतनाम श्री वाहिगुरु जीओ। राग आसा घर दूजा महला पंजवा। एक ओंकार सतगुर प्रसाद। जिन लाई प्रीत सोई फिर खाया, जिन सुख बैठाली तिस भौ बहुत दिखाया। जिन लाई प्रीत सोई फिर खाया, जिन सुख बैठाली तिस भौ बहुत दिखाया। पाई मीत कुटुंब देख विवादे, हम आई वसगत गुर प्रसादे। ऐसा देख विमोहित होए, साधक सिद्ध सुरदेव मनुखा। बिन साधु सब त्रोहन त्रोहे रहाओ। एक फिरै उदासी तिन काम व्यापै, एक संचय गिरही तिन होए न आपै। एक सती कहावै तिन बहुत कल पावै, हम यार राखें लग सतगुर पावै। तप करते तपसी भूलाए, पंडित मोहे लोभ सबाए। त्रैगुण मोहे मोया आकाश, हम सतगुर राखे दे कर आथ। ज्ञानी की ओए वर्ती दास, कर जोड़े सेवा करे अरदास। जो तू कहे सो कार कमावा, जन नानक गुरमुख नेड़ न आवा। जो तू कहे सो कार कमावा, जन नानक गुरमुख नेड़ न आवा। जिन लाई प्रीत सोई फिर खाया। वाहिगुरु जी का खालसा, वाहिगुरु जी की फतेह। परम सन्मान योग गुरु खालसा सत संगत जीओ। सतगुरु ने अपार बख्शिश की, ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਪਾਵਨ 10 ਗੁਰੂ ਸਰੂਪ ਧਾਰਨ ਕੀਤੇ। ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਜਗਮਗ ਜੋਤ ਬਿਰਾਜ ਰਹੀ ਸ੍ਰੀ ਗੁਰੂ ਗ੍ਰੰਥ ਮਝਾਰ। ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਪਿੱਛੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸ਼ਬਦਾਂ ਦੀ ਕਥਾ ਸੰਪੂਰਨ ਹੋਈ ਹੈ। ਅੱਗੇ ਹੁਣ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਸੋਮੇ ਬਾਣੀ ਕੇ ਬੋਹਿਤ ਮਹਾਨ ਪਰਉਪਕਾਰੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸ਼ਬਦਾਂ ਦੀ ਕਥਾ ਆਰੰਭ ਹੋ ਰਹੀ ਹੈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਬਾਰੇ ਮਥੁਰਾ ਭੱਟ ਜੀ ਨੇ ਦੋ ਬਹੁਤ ਸੁੰਦਰ ਪੰਕਤੀਆਂ ਉਚਾਰਨ ਕੀਤੀਆਂ ਹਨ। ਤਾਰਨ ਗਗਨ ਨਵਖੰਡ ਮਹਿ, ਜੋਤ ਸਵੈ ਰੂਪੀ ਰਹਿਓ ਪਰ। ਪਣ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਆ ਦੁਨੀਆ ਦੇ ਲੋਗੋ, ਜੇ ਕਿਸੇ ਨੇ
ਉਸ ਪਰਮਾਤਮਾ ਦੇ ਪ੍ਰਤੱਖ ਦਰਸ਼ਨ ਦੀਦਾਰੇ ਕਰਨੇ ਹਨ, ਉਹ ਆ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਦੀਦਾਰ ਕਰ ਲਓ। ਪਾਰ ਬ੍ਰਹਮ ਗੁਰ ਨਾਹੀ ਭੇਦ, ਗੁਰੂ ਵਿੱਚ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਪਾਰ ਬ੍ਰਹਮ ਤੇ ਗੁਰੂ ਦੇ ਵਿੱਚ ਕੋਈ ਫਰਕ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ, ਜਿਸ ਦਾ ਪਾਠ ਆਪ ਸੰਗਤਾਂ ਨੇ ਸੁਣਿਆ ਹੈ, ਮਾਇਆ ਦਾ ਪ੍ਰਭਾਵ ਦਿਖਾਇਆ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਐਸਾ ਦੇਖ ਬੇਮੋਹਤ ਹੋਏ, ਸਾਧਕ ਸਿੱਧ ਸੁਰਦੇਵ ਮਨੁੱਖਾ, ਬਿਨ ਸਾਧੂ ਸਭ ਤਰੋਹਣ ਤਰੋਹੇ। ਤਰੋਹਣ ਦਾ ਅਰਥ ਹੈ ਧੋਖਾ ਕਰਨ ਵਾਲੀ। ਇਹ ਜੋ ਮਾਇਆ ਹੈ, ਇਹ ਇੱਕ ਐਸੀ ਧੋਖੇਬਾਜ਼ ਹੈ। ਇਹ ਬੜੇ ਸੋਹਣੇ ਚਰਿੱਤਰ ਕਰ ਕਰਕੇ ਲੋਕਾਂ ਨੂੰ ਆਕਰਸ਼ਿਤ ਕਰਦੀ ਹੈ। ਐਸਾ ਦੇਖ ਬੇਮੋਹਤ ਹੋਏ, ਇਸ ਮਾਇਆ ਦੇ ਐਸੇ ਅਚਰਜ ਚਮਤਕਾਰ ਨੂੰ ਦੇਖ ਕੇ ਜਿੰਨੇ ਵੀ ਦੁਨੀਆ ਦੇ ਤਮਾਮ ਜੀਵ ਹਨ, ਸਾਰੇ ਹੀ ਬੇਮੋਹਤ ਹੋਏ, ਮੂਰਛਤ ਹੋ ਗਏ ਨੇ, ਮਦਹੋਸ਼ ਹੋ ਗਏ ਨੇ, ਪਾਗਲ ਹੋ ਗਏ ਨੇ, ਕਿਉਂਕਿ ਮਾਇਆ ਦਾ ਐਸਾ ਪ੍ਰਭਾਵ ਹੈ। ਮਾਇਆ ਐਸੀ ਮੋਹਣੀ ਭਾਈ, ਜੇਤੇ ਜੀ ਤੇਤੇ ਡਹਿਕਾਈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਨੇ, ਇਹ ਮਾਇਆ ਮੋਹਣੀ ਜਨ ਏਕ ਭਰਮ ਭੁਲਾਇਆ। ਇਹ ਮਾਇਆ ਐਸੀ ਮੋਹਣੀ ਹੈ ਜਿਸ ਨੇ ਸਾਰੇ ਸੰਸਾਰ ਨੂੰ ਹੀ ਭੁਲਾ ਦਿੱਤਾ ਹੈ। ਐਸਾ ਦੇਖ ਬੇਮੋਹਤ ਹੋਏ, ਮਾਇਆ ਦੇ ਐਸੇ ਅਚਰਜ ਚਰਿੱਤਰ ਨੂੰ ਦੇਖ ਕੇ ਤਮਾਮ ਜੀਵ ਬੇਮੋਹਤ ਹੋਏ, ਵਿਸ਼ੇਸ਼ ਕਰਕੇ ਮੋਹਤ ਹੋ ਗਏ ਨੇ, ਲੁਭਾਏ ਮਾਨ ਹੋ ਗਏ ਨੇ, ਉਸ ਮਾਇਆ ਦੇ ਲਟੂਹੇ ਹੋ ਗਏ ਨੇ। ਸਾਧਕ ਸਿੱਧ ਸੁਰਦੇਵ ਮਨੁੱਖਾ, ਉਹ ਕੌਣ ਕੌਣ ਨੇ? ਸਾਧਕ ਜਿਹੜੇ ਸਾਧਨ ਕਰਨ ਵਾਲੇ ਨੇ, ਸਿੱਧ ਜਿਹੜੇ ਰਿੱਧੀਆਂ ਸਿੱਧੀਆਂ ਦੇ ਮਾਲਕ ਨੇ, ਸੁਰਦੇਵ ਤੇ ਜਿਹੜੇ ਪੂਜਨੀਕ ਦੇਵਤੇ ਵੀ ਮੰਨੇ ਜਾਂਦੇ ਨੇ, ਤੇ ਮਨੁੱਖਾ ਜਿਤਨੇ ਮਨੁੱਖ ਨੇ, ਇਹਨਾਂ ਸਾਰਿਆਂ ਨੂੰ ਹੀ ਇਸ ਮਾਇਆ ਨੇ ਆਪਣੇ ਪ੍ਰਭਾਵ ਹੇਠ ਲੈ ਆਂਦਾ ਹੈ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਹਜ਼ੂਰ ਨੇ ਬਾਣੀ ਵਿੱਚ ਵੀ ਹਵਾਲਾ ਦਿੱਤਾ ਹੈ, ਸਰਪਣੀ ਤੇ ਉਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲੀਆ। ਇਸ ਮਾਇਆ ਰੂਪ ਸਪਣੀ ਨੇ ਬ੍ਰਹਮਾ, ਵਿਸ਼ਨੂੰ, ਸ਼ਿਵਜੀ ਵਰਗੇ ਦੇਵਤਿਆਂ ਨੂੰ ਵੀ ਛੜ ਲਿਆ ਹੈ। ਇਸ ਲਈ ਜਿਹੜੇ ਮਨੁੱਖ ਨੇ, ਇਹ ਕਿਸ ਬਾਗ ਦੀ ਮੂਲੀ ਹਨ, ਇਹ ਕਿਸ ਵਾੜੀ ਦੇ ਬੱਚੇ ਹਨ, ਜਿਹੜੇ ਇਸ ਮਾਇਆ ਦੇ ਪ੍ਰਭਾਵ ਤੋਂ ਬਚ ਸਕਣ। ਤੇ ਮਹਾਰਾਜ ਕੋਈ ਬਚਿਆ ਵੀ ਹੈ ਤਾਂ ਹਜ਼ੂਰ ਕਹਿੰਦੇ ਨੇ, ਬਿਨ ਸਾਧੂ ਸਭ ਤਰੋਹਣ ਤਰੋਹੇ। ਇੱਕ ਉਹ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਸਾਧੂ ਸੰਤ ਮਹਾਂਪੁਰਖ ਨੇ, ਔਰ ਉਹ ਇਸ ਧੋਖੇਬਾਜ਼ ਮਾਇਆ ਦੇ ਪ੍ਰਭਾਵ ਤੋਂ ਬਚੇ ਨੇ। ਨਹੀਂ ਤੇ ਇਸ ਮਾਇਆ ਰੂਪ ਠੱਗਣੀ ਨੇ ਸਭ ਨੂੰ ਹੀ ਤਰੋਹੇ ਦਾ ਅਰਥ ਧੋਖਾ ਦਿੱਤਾ ਹੈ, ਸਭ ਨੂੰ ਛੜਿਆ ਹੈ, ਸਭ ਨੂੰ ਇਸ ਨੇ ਪਾਗਲ ਕੀਤਾ ਹੋਇਆ ਹੈ। ਬਿਨਾਂ ਮਹਾਂਪੁਰਖਾਂ ਤੋਂ ਇਸ ਮਾਇਆ ਰੂਪ ਜਾਦੂਗਰਨੀ ਨੇ, ਇਸ ਮਾਇਆ ਰੂਪ ਠੱਗਣੀ ਨੇ ਸਭ ਨੂੰ ਧੋਖਾ ਦਿੱਤਾ ਹੈ। ਲੋ ਹੁਣ ਆਰੰਭ ਤੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਮਾਇਆ ਦੇ ਬਾਰੇ ਕੀ ਸਾਨੂੰ ਸਮਝਾ ਰਹੇ ਨੇ। ਸੰਗਤਾਂ ਪ੍ਰੇਮ ਦੇ ਨਾਲ ਸੁਣੋ। ਰਾਗ ਆਸਾ ਕਰ ਦੂਜਾ ਮਹੱਲਾ ਪੰਜਵਾਂ। ਰਾਗ ਆਸਾ ਹੈ, ਦੂਜੇ ਕਰ ਸੁਰਤਾਲ ਦੇ ਵਿੱਚ ਇਹਨਾਂ ਸ਼ਬਦਾਂ ਨੂੰ ਗਾਇਨ ਕੀਤਾ ਗਿਆ ਹੈ। ਮਹੱਲਾ ਪੰਜਵਾਂ। ਅੱਗੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ
ਪਵਿੱਤਰ ਸ਼ਬਦ ਆ ਰਹੇ ਹਨ। ਆਰੰਭ ਦੇ ਵਿੱਚ ਮੰਗਲਾਚਰਨ ਲਿਖਿਆ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ, ਗੁਰ ਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਮਾਇਆ ਦੇ ਸੁਭਾਵ ਤੇ ਪ੍ਰਭਾਵ ਨੂੰ ਜ਼ਾਹਰ ਕਰਦਿਆਂ ਹੋਇਆਂ ਸਾਨੂੰ ਸਿੱਖਿਆ ਬਖਸ਼ਿਸ਼ ਕਰ ਰਹੇ ਹਨ। ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ, ਜਿਨ ਸੁਖ ਬੈਠਾਲੀ ਤਿਸ ਭਉ ਬਹੁਤ ਦਿਖਾਇਆ। ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਗੁਰਮੁਖੋ, ਜਿਨ ਲਾਈ ਪ੍ਰੀਤ, ਜਿਸ ਮਨੁੱਖ ਨੇ ਇਸ ਮਾਇਆ ਦੇ ਨਾਲ ਪ੍ਰੀਤ ਲਾਈ ਹੈ, ਜਿਸ ਮਨੁੱਖ ਨੇ ਇਸ ਮਾਇਆ ਦੇ ਨਾਲ ਪਿਆਰ ਕੀਤਾ ਹੈ, ਸੋਈ ਫਿਰ ਖਾਇਆ, ਉਸੇ ਨੂੰ ਫਿਰ ਇਸ ਨੇ ਖਾ ਲਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਵਿੱਤਰ ਬਾਣੀ ਦੇ ਅੰਦਰ ਇਸ ਮਾਇਆ ਨੂੰ ਨਾਗਣੀ ਵੀ ਲਿਖਿਆ ਹੈ। ਨਾਗਣੀ ਦਾ ਸੁਭਾਅ ਕੀ ਹੁੰਦਾ ਹੈ, ਉਹਦੇ ਬਾਰੇ ਸਤਿਗੁਰੂ ਨੇ ਬੜਾ ਸਪਸ਼ਟ ਲਿਖਿਆ ਹੈ, ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸੀ ਕਾਉ ਫਿਰ ਖਾਏ। ਨਾਗਣੀ ਦਾ ਸਪਣੀ ਦਾ ਸੁਭਾਅ ਹੁੰਦਾ ਹੈ, ਉਹ ਆਪਣੇ ਬੱਚਿਆਂ ਨੂੰ ਪਿਆਰ ਕਰਦੀ ਕਰਦੀ ਤੇ ਉਹਨਾਂ ਨੂੰ ਅੰਦਰੇ ਹੀ ਲੰਘਾ ਜਾਂਦੀ ਹੈ। ਕਿਉਂਕਿ ਜਿਹੜੇ ਸਪਣੀ ਦੇ ਬੱਚੇ ਹੁੰਦੇ ਨੇ ਉਹ ਰੇਸ਼ਮ ਦੀਆਂ ਡੋਰਾਂ ਵਾਂਗ ਬਹੁਤ ਕੂਲੇ ਤੇ ਬੜੇ ਸੋਹਲ ਹੁੰਦੇ ਨੇ। ਜਦੋਂ ਸਪਣੀ ਉਹਨਾਂ ਨੂੰ ਚੁੰਮਦੀ ਹੈ, ਚੱਟਦੀ ਹੈ, ਉਹ ਉਹਦੀ ਜ਼ੁਬਾਨ ਦੇ ਨਾਲ ਅੰਦਰੇ ਹੀ ਉਹਦੇ ਲੰਘ ਜਾਂਦੇ ਹਨ। ਤੇ ਇਹ ਮਾਇਆ ਦਾ ਸੁਭਾਅ ਹੈ, ਜਾਏ ਆਪਣੇ ਖਾਏ, ਆਪਣੇ ਜਾਏ ਬੱਚਿਆਂ ਨੂੰ ਆਪ ਹੀ ਖਾਂਦੀ ਹੈ। ਇਹ ਮਾਇਆ ਵੀ ਨਾਗਣੀ ਹੈ। ਜਿਸ ਲਾਈ ਪ੍ਰੀਤ, ਜਿਸ ਨੇ ਇਹਦੇ ਨਾਲ ਪ੍ਰੀਤੀ ਲਾਈ, ਸੋਈ ਫਿਰ ਖਾਇਆ, ਉਸੇ ਨੂੰ ਇਸ ਮਾਇਆ ਨੇ ਖਾ ਲਿਆ। ਭਾਵ ਉਸ ਮਾਇਆ ਨੇ ਉਸ ਨੂੰ ਖਤਮ ਕਰ ਦਿੱਤਾ, ਤਬਾਹ ਕਰ ਦਿੱਤਾ। ਜਿਨ ਸੁਖ ਬੈਠਾਲੀ ਤਿਸ ਭਉ ਬਹੁਤ ਦਿਖਾਇਆ, ਜਿਸ ਨੇ ਇਸ ਮਾਇਆ ਨੂੰ ਸੁਖ ਦੇ ਨਾਲ ਬੈਠਾਇਆ, ਭਾਵ ਜਿਸ ਨੇ ਇਸ ਮਾਇਆ ਦਾ ਹੱਦੋਂ ਵੱਧ ਸਨਮਾਨ ਕੀਤਾ, ਤਿਸ ਭਉ ਬਹੁਤ ਦਿਖਾਇਆ, ਫਿਰ ਉਸਨੇ ਉਹਦੇ ਹੀ ਮੋਢਿਆਂ ਤੇ ਚੜ੍ਹ ਕੇ ਉਹਨੂੰ ਬਹੁਤਾ ਡਰ ਦਿਖਾਉਣਾ ਕੀਤਾ। ਇਤਿਹਾਸ ਵਿੱਚ ਤਵਾਰੀਖ ਗੁਰੂ ਖਾਲਸਾ ਦੇ ਅੰਦਰ ਗਿਆਨੀ ਗਿਆਨ ਸਿੰਘ ਜੀ ਨੇ ਇੱਕ ਬੜਾ ਸੁੰਦਰ ਪ੍ਰਸੰਗ ਲਿਖਿਆ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸ਼੍ਰੀ ਕਰਤਾਰਪੁਰ ਸਾਹਿਬ ਰਾਵੀ ਦੇ ਕੰਢੇ ਤੇ ਬਿਰਾਜਮਾਨ ਸਨ, ਬੇਅੰਤ ਸੰਗਤਾਂ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਉਂਦੀਆਂ। ਭਾਈ ਮਰਦਾਨਾ ਕੀਰਤਨ ਕਰਦਾ ਤੇ ਸਤਿਗੁਰੂ ਪਵਿੱਤਰ ਬਾਣੀ ਦੁਆਰਾ ਸੰਗਤਾਂ ਨੂੰ ਉਪਦੇਸ਼ ਦਿੰਦੇ। ਇਸ ਢੰਗ ਦੇ ਨਾਲ ਦੋਨੋਂ ਸਮੇਂ ਦੀਵਾਨ ਸਜਦੇ, ਸੰਗਤਾਂ ਲਾਹਾ ਲੈਂਦੀਆਂ। ਇੱਕ ਦਿਨ ਦੀ ਵਾਰਤਾ ਹੈ। ਜਿਹੜੀ ਲక్ష్ਮੀ ਹੈ, ਜਿਸ ਨੂੰ ਮਾਇਆ ਵੀ ਕਹਿੰਦੇ ਨੇ, ਇਹ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਈ। ਇਸ ਨੇ ਬਹੁਤ ਸੋਹਣੇ ਹਾਰ ਸ਼ਿੰਗਾਰ ਲਾਏ ਹੋਏ ਨੇ, ਬੜੇ ਸੁੰਦਰ ਜੇਵਰ ਵੀ ਪਹਿਨੇ ਹੋਏ ਨੇ। ਤੇ ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਆਈ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਨ ਵਿੱਚ ਖਿਆਲ ਕੀਤਾ, ਇਹ ਹੁਣ ਮਾਇਆ ਸਾਡੇ ਸਿੱਖਾਂ ਨੂੰ ਸ਼ਰਨ ਵਾਸਤੇ ਆਈ ਹੈ, ਇਸ ਲਈ ਇਹਨੂੰ ਪਹਿਲਾਂ ਹੀ ਬਾਹਰ ਕਿਸੇ ਹੋਰ ਥਾਂ ਤੇ ਬਿਠਾ ਦਿੱਤਾ ਜਾਵੇ। ਸਤਿਗੁਰੂ ਨੇ ਇੱਕ ਸੇਵਾਦਾਰ ਨੂੰ ਹੁਕਮ ਕੀਤਾ, ਕਹਿਣ ਲੱਗੇ, ਆਓ ਜਿਹੜੀ ਇਸਤਰੀ ਆਈ ਹੈ ਉਹਨੂੰ ਤੁਸੀਂ ਸੰਗਤ ਵਿੱਚੋਂ ਉਠਾ ਕੇ ਜੋੜਿਆਂ ਵਿੱਚ ਬਿਠਾ ਦਿਓ। ਤੇ ਜਦੋਂ ਸੇਵਕ ਨੇ ਉਸ ਮਾਇਆ ਨੂੰ, ਉਸ ਇਸਤਰੀ ਨੂੰ ਜੋੜਿਆਂ ਵਿੱਚ ਬੈਠਣ ਲਈ ਆਖਿਆ, ਪਹਿਲਾਂ ਤਾਂ ਇਹ ਮੰਨੇ ਹੀ ਨਾ, ਕਿਉਂਕਿ ਉਹਦੇ ਬੜੇ ਕੀਮਤੀ ਬਸਤਰ, ਬੜੇ ਸੋਹਣੇ ਗਹਿਣੇ, ਬੜੇ ਸੋਹਣੇ ਹਾਰ ਸ਼ਿੰਗਾਰ ਕੀਤੇ ਸਨ। ਉਹ ਕਿਵੇਂ ਜੋੜਿਆਂ ਵਿੱਚ ਜਾ ਕੇ ਬੈਠੇ। ਪਰ ਹੁਣ ਸਤਿਗੁਰੂ ਦਾ ਹੁਕਮ ਅਟਲ ਸੀ।
ਸੇਵਾਦਾਰ ਕਹਿਣ ਲੱਗਾ ਵੀ ਹੁਣ ਤੇ ਤੈਨੂੰ ਉੱਥੇ ਜੋੜਿਆਂ ਵਿੱਚ ਹੀ ਬੈਠਣਾ ਪਵੇਗਾ। ਤੇ ਜਦੋਂ ਇਹ ਗੱਲ ਹੋਈ, ਭਾਈ ਮਰਦਾਨੇ ਦੀ ਨਿਗਾਹ ਕੁਦਰਤੀ ਉਸ ਪਾਸੇ ਵੱਲ ਜਾ ਪਈ। ਤੇ ਜਦੋਂ ਮਰਦਾਨੇ ਨੇ ਦੇਖਿਆ ਬਈ ਇਹ ਜਿਹੜੀ ਇਸਤਰੀ ਹੈ, ਨੌਜਵਾਨ ਉਮਰ ਹੈ, ਬੜੇ ਸੋਹਣੇ ਬਸਤਰ ਨੇ, ਹਾਰ ਸ਼ਿੰਗਾਰ ਬੜਾ ਸੋਹਣਾ ਹੈ, ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਨੂੰ ਜੋੜਿਆਂ ਵਿੱਚ ਕਿਉਂ ਬਿਠਾ ਰਹੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਮਰਦਾਨਾ ਕਹਿਣ ਲੱਗਿਆ, ਕਹਿੰਦਾ ਮਹਾਰਾਜ ਪਤਾ ਨਹੀਂ ਕਿਸ ਪਾਤਸ਼ਾਹ ਦੀ ਇਹ ਧੀ ਹੋਵੇ, ਪਤਾ ਨਹੀਂ ਕਿਸੇ ਅਮੀਰਜ਼ਾਦੇ ਦੀ ਇਹ ਬੇਟੀ ਹੋਵੇ, ਤੁਸੀਂ ਇਹਦਾ ਇੰਨਾ ਅਪਮਾਨ ਕਿਉਂ ਕਰਦੇ ਹੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਮਰਦਾਨਿਆ ਤੈਨੂੰ ਪਤਾ ਇਹ ਬਹੁਤ ਬੁਰੀ ਬਲਾ ਹੈ, ਤੇ ਤੂੰ ਇਸ ਨੂੰ ਵੇਖ ਕੇ ਮੋਹਿਤ ਹੋ ਗਿਆ, ਇਸ ਲਈ ਇਹ ਚੰਗੀ ਗੱਲ ਨਹੀਂ। ਤੂੰ ਗੁਰੂ ਘਰ ਦਾ ਰਬਾਬੀਆਂ, ਗੁਰੂ ਘਰ ਦਾ ਕੀਰਤਨੀਆਂ ਹੈ। ਜੇ ਇਸ ਮਾਇਆ ਨੂੰ ਦੇਖ ਕੇ ਤੇਰਾ ਮਨ ਡੋਲ ਸਕਦਾ ਹੈ, ਫਿਰ ਦੂਜਿਆਂ ਦੇ ਮਨ ਕਿਵੇਂ ਸਥਿਰ ਰਹਿ ਸਕਦੇ ਨੇ। ਤੇ ਜਦੋਂ ਇਹ ਗੱਲ ਆਖੀ ਤਾਂ ਉਸ ਵੇਲੇ ਭਾਈ ਮਰਦਾਨਾ ਕਹਿਣ ਲੱਗਾ, ਕਹਿੰਦਾ ਮਹਾਰਾਜ ਮੈਨੂੰ ਤੇ ਬੜੀ ਚੰਗੀ ਲੱਗਦੀ ਹੈ। ਸਤਿਗੁਰੂ ਕਹਿਣ ਲੱਗੇ, ਅੱਛਾ ਫਿਰ ਚੰਗੀ ਲੱਗਦੀ ਹੈ, ਫਿਰ ਤੇਰੇ ਨਾਲ ਭੇਜ ਦੇਈਏ। ਤੇ ਭਾਈ ਮਰਦਾਨਾ ਤਾਂ ਖੁਸ਼ ਹੋ ਗਿਆ, ਕੱਛਾਂ ਵਜਾਵੇ, ਕਹਿਣ ਲੱਗਾ ਮਹਾਰਾਜ ਹੋਰ ਕੀ ਚਾਹੀਦਾ। ਜੇ ਇਹੋ ਜਿਹੀ ਸੁੰਦਰ ਇਸਤਰੀ ਮੈਨੂੰ ਮਿਲ ਜਾਵੇ ਤੇ ਮੈਂ ਇਸ ਨੂੰ ਆਪਣੇ ਘਰ ਲੈ ਜਾਵਾਂਗਾ। ਲਓ ਸਤਿਗੁਰੂ ਮਹਾਰਾਜ ਨੇ ਉਸ ਮਾਇਆ ਨੂੰ ਹੁਕਮ ਕੀਤਾ, ਕਹਿਣ ਲੱਗੇ ਚੰਗਾ ਤੂੰ ਇਹ ਸਾਡੇ ਸੇਵਕ ਭਾਈ ਮਰਦਾਨੇ ਦੇ ਨਾਲ ਜਾ, ਜਿੱਥੇ ਕਵੇ ਉੱਥੇ ਤੈਨੂੰ ਜਾਣਾ ਪਏਗਾ। ਉਹ ਕਹਿੰਦੀ ਸਤ ਬਚਨ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਤੇ ਉਸ ਮਾਇਆ ਨੇ ਸਤਿਗੁਰੂ ਦਾ ਹੁਕਮ ਮੰਨਣਾ ਹੀ ਸੀ। ਕਹਿੰਦੇ ਨੇ ਜਦੋਂ ਭਾਈ ਮਰਦਾਨਾ ਉਸ ਮਾਇਆ ਨੂੰ, ਲక్ష్ਮੀ ਨੂੰ ਆਪਣੇ ਨਾਲ ਲਿਜਾਣ ਵਾਸਤੇ ਉਸ ਦੇ ਕੋਲ ਆਇਆ ਤੇ ਉਹਨੂੰ ਕਹਿਣ ਲੱਗਾ ਬਈ ਸਤਿਗੁਰੂ ਦਾ ਹੁਕਮ ਹੈ, ਹੁਣ ਤੈਨੂੰ ਮੇਰੇ ਨਾਲ ਜਾਣਾ ਪਏਗਾ। ਉਹ ਕਹਿਣ ਲੱਗੀ ਠੀਕ ਹੈ, ਮੈਂ ਸਤਿਗੁਰੂ ਦਾ ਬਚਨ ਸਿਰ ਮੱਥੇ ਤੇ ਪ੍ਰਵਾਨ ਕਰਦੀ ਹਾਂ, ਪਰ ਮੈਨੂੰ ਪਹਿਲਾਂ ਇਹ ਦੱਸ ਤੂੰ ਮੈਨੂੰ ਲਿਜਾਵੇਂਗਾ ਕਿਵੇਂ। ਭਾਈ ਮਰਦਾਨਾ ਕਹਿਣ ਲੱਗਾ ਦੇਖ ਮੇਰੇ ਕੋਲੇ ਨਾ ਤੇ ਕੋਈ ਡੋਲੀ ਹੈ, ਨਾ ਕੋਈ ਰਥ ਹੈ, ਨਾ ਹੀ ਕੋਈ ਹੋਰ ਅਸਵਾਰੀ ਹੈ, ਤੇ ਮੈਂ ਤੇ ਤੈਨੂੰ ਤੋਰ ਕੇ ਲਿਜਾਵਾਂਗਾ। ਉਹ ਅੱਗੋਂ ਮਾਇਆ ਕਹਿਣ ਲੱਗੀ ਮੈਂ ਤੁਰ ਕੇ ਤੇ ਨਹੀਂ ਜਾਣਾ, ਜਾਂ ਤੇ ਮੇਰੇ ਵਾਸਤੇ ਕੋਈ ਡੋਲੀ ਦਾ ਪ੍ਰਬੰਧ ਕਰ ਤਾਂ ਮੈਂ ਤੇਰੇ ਨਾਲ ਜਾ ਸਕਦੀ ਹਾਂ, ਤੇ ਨਹੀਂ ਕੋਈ ਹੋਰ ਅਸਵਾਰੀ ਲੈ ਕੇ ਆ। ਭਾਈ ਮਰਦਾਨਾ ਤਾਂ ਠਾਂ ਦੇਖੇ ਭਈ ਮੈਂ ਹੁਣ ਕੀ ਕਰਾਂ। ਫਿਰ ਉਹ ਕਹਿਣ ਲੱਗਾ ਮੈਨੂੰ ਤੇ ਕੋਈ ਅਸਵਾਰੀ ਸੁਝਦੀ ਨਹੀਂ, ਪਰ ਗੁਰੂ ਦਾ ਹੁਕਮ ਹੈ ਮੈਂ ਤੈਨੂੰ ਘਰ ਜ਼ਰੂਰ ਲੈ ਕੇ ਜਾਣਾ। ਉਹ ਅੱਗੋਂ ਕਹਿਣ ਲੱਗੀ ਜੇ ਕੁਛ ਹੋਰ ਨਹੀਂ ਲੱਭਦਾ ਫਿਰ ਇਉਂ ਕਰ ਤੂੰ ਮੈਨੂੰ ਆਪਣੇ ਮੋਢਿਆਂ ਤੇ ਬਿਠਾ ਕੇ ਲੈ ਚੱਲ। ਤੇ ਭਾਈ ਮਰਦਾਨਾ ਖੁਸ਼ ਹੋ ਗਿਆ, ਕਹਿਣ ਲੱਗਾ ਚੰਗਾ ਤੂੰ ਮੇਰੇ ਮੋਢਿਆਂ ਤੇ ਚੜ੍ਹ, ਮੈਂ ਤੈਨੂੰ ਮੋਢਿਆਂ ਤੇ ਬਿਠਾ ਕੇ ਹੀ ਆਪਣੇ ਘਰ ਲੈ ਜਾਵਾਂਗਾ। ਇਸ ਮਾਇਆ ਨੇ ਐਸਾ ਭਾਈ ਮਰਦਾਨੇ ਦੇ ਮਨ ਉੱਤੇ ਅਸਰ ਪਾਇਆ, ਇਹਨੂੰ ਸਭ ਕੁਝ ਹੀ ਭੁੱਲ ਗਿਆ। ਮੈਂ ਕੀਰਤਨੀਆ ਹਾਂ, ਮੈਂ ਗੁਰੂ ਘਰ ਦਾ ਸੇਵਾਦਾਰ ਹਾਂ, ਮੈਂ ਕੀ ਕਰ ਰਿਹਾ ਹਾਂ। ਉਹ ਸਭ ਦੇ ਵੇਖਦਿਆਂ ਉਸਨੇ ਉਸ ਮਾਇਆ ਨੂੰ ਆਪਣੇ ਮੋਢਿਆਂ ਤੇ ਚੜਾ ਲਿਆ। ਜਦੋਂ ਉਹਨੇ ਮੋਢਿਆਂ ਤੇ ਚੜਾਇਆ ਤੇ ਉਹ ਉੱਤੇ ਬੈਠ ਕੇ ਨਾਲੇ ਤਾਂ ਅੱਡੀਆਂ ਮਾਰੇ ਨਾਲੇ ਟਿਚਕਾਰੀਆਂ ਮਾਰੇ। ਜਿਵੇਂ ਕੋਈ ਘੋੜੀ ਤੇ ਬੈਠ ਕੇ ਆਦਮੀ ਅਸਵਾਰ ਉਹਨੂੰ ਹੱਕਦਾ ਹੈ ਨਾ, ਤੇ ਉਸ ਤਰ੍ਹਾਂ ਉਹਨੇ ਭਾਈ ਮਰਦਾਨੇ ਨੂੰ ਬਸ ਘੋੜਾ ਬਣਾ ਲਿਆ, ਉਹਦੇ ਉੱਤੇ ਚੜ੍ਹ ਕੇ ਟਿਚਕਾਰੀਆਂ ਮਾਰਨ ਲੱਗੀ। ਤੇ ਭਾਈ ਮਰਦਾਨਾ ਉਸ ਮਾਇਆ ਦੇ ਪ੍ਰਭਾਵ ਹੇਠ ਆ ਕੇ ਉੱਥੇ ਹੀ ਜਿਉਂ ਘੋੜੇ ਵਾਂਗੂ ਭੱਜਿਆ ਫਿਰੇ, ਕਦੇ ਇੱਧਰ ਕਦੇ ਉੱਧਰ। ਉਹਦੇ ਮੋਢਿਆਂ ਤੇ ਉਹ ਮਾਇਆ ਚੜੀ ਹੋਈ ਹੈ ਤੇ ਅਖੀਰ ਹੰਭ ਗਿਆ। ਜਦੋਂ ਹੰਭ ਗਿਆ ਤੇ ਉਹਨੂੰ ਕਹਿਣ ਲੱਗਾ ਮੈਂ ਤੇ ਥੱਕ ਗਿਆ, ਹੁਣ ਤੂੰ ਮੇਰੇ ਮੋਢਿਆਂ ਤੋਂ ਹੇਠਾਂ ਉਤਰ। ਉਹ ਕਹਿੰਦੀ ਹੁਣ ਨਹੀਂ ਮੈਂ ਹੇਠਾਂ ਉਤਰਦੀ, ਪਹਿਲਾਂ ਕਿਉਂ ਚੜਾਇਆ ਸੀ, ਹੁਣ ਤੇ ਇਸੇ ਤਰ੍ਹਾਂ ਹੀ ਤੇਰੇ ਮੋਢਿਆਂ ਤੇ ਚੜੀ ਰਹੂੰਗੀ। ਤੇ ਜਦੋਂ ਇਹ ਗੱਲ ਆਖੀ ਤੇ ਭਾਈ ਮਰਦਾਨਾ ਲੱਗਿਆ ਸਤਿਗੁਰੂ ਨੂੰ ਦੁਹਾਈਆਂ ਦੇਣ, ਸੱਚੇ ਪਾਤਸ਼ਾਹ ਮੈਂ ਭੁੱਲ ਗਿਆ, ਮੇਰੇ ਤੇ ਕਿਰਪਾ ਕਰੋ। ਸਤਿਗੁਰੂ ਹੱਸ ਕੇ ਕਹਿਣ ਲੱਗੇ ਭਾਈ ਮਰਦਾਨਿਆ ਤੂੰ ਤੇ ਕਹਿੰਦਾ ਸੀ ਬੜੀ ਚੰਗੀ ਆ, ਹੁਣ ਲੱਗ ਗਿਆ ਪਤਾ।
ਤੇ ਫਿਰ ਭਾਈ ਮਰਦਾਨੇ ਨੇ ਗੁਰੂ ਮਹਾਰਾਜ ਦੇ ਕੋਲੋਂ ਮੁਆਫੀ ਮੰਗੀ। ਕਹਿਣ ਲੱਗਾ, ਸੱਚੇ ਪਾਤਸ਼ਾਹ, ਮੈਂ ਕੀ ਵਿਚਾਰਾਂ ਹਾਂ। ਮਾਇਆ ਐਸੀ ਮੋਹਣੀ ਪਾਈ, ਜੇ ਤੇ ਜੀ ਤੇ ਡਹਿਕਾਈ। ਇਸ ਮਾਇਆ ਦੇ ਪ੍ਰਭਾਵ ਤੋਂ ਤਾਂ ਕੋਈ ਵੀ ਨਹੀਂ ਬਚ ਸਕਦਾ, ਤੇ ਮਹਾਰਾਜ ਕਿਰਪਾ ਕਰੋ, ਅੱਗੇ ਲਈ ਇਸ ਮਾਇਆ ਵੱਲ ਮੇਰਾ ਖਿਆਲ ਨਾ ਜਾਵੇ, ਆਪ ਕਿਰਪਾ ਕਰੋ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਮਰਦਾਨਿਆਂ, ਯਾਦ ਰੱਖ, ਜਦੋਂ ਤੂੰ ਕੀਰਤਨ ਕਰੇ ਉਸ ਵੇਲੇ ਤੇਰਾ ਧਿਆਨ ਗੁਰੂ ਚਰਨਾਂ ਦੇ ਵਿੱਚ ਜੁੜਿਆ ਹੋਣਾ ਚਾਹੀਦਾ ਹੈ, ਨਾ ਕਿ ਮਾਇਆ ਵੱਲ। ਜੇ ਗੁਰੂ ਚਰਨਾਂ ਵੱਲ ਧਿਆਨ ਜੁੜਿਆ ਰਹੇਗਾ ਫਿਰ ਮਾਇਆ ਦਾ ਪ੍ਰਭਾਵ ਨਹੀਂ ਵਿਆਪ ਸਕਦਾ। ਨਹੀਂ ਤੇ ਮਾਇਆ ਦਾ ਸੁਭਾਵ ਹੈ ਜਿਨ ਸੁਖ ਬੈਠਾਲੀ। ਜਿਹਨੇ ਉਹਨੂੰ ਸੁਖ ਦੇ ਨਾਲ ਬਿਠਾਇਆ, ਸਤਿਕਾਰ ਦਿੱਤਾ, ਤਿਸ ਪਉ ਬਹੁਤ ਦਿਖਾਇਆ। ਫਿਰ ਇਹ ਉਹਦੇ ਮੋਢਿਆਂ ਤੇ ਚੜ ਗਈ, ਉਹਨੂੰ ਬਹੁਤਾ ਡਰ ਦਿਖਾਇਆ। ਪਾਈ ਮੀਤ ਕੁਟਮ ਦੇਖ ਵਿਵਾਦੇ, ਹਮ ਆਈ ਵਸਗਤ ਗੁਰ ਪ੍ਰਸਾਦੇ। ਲੋ, ਇਹ ਮਾਇਆ ਦਾ ਸੁਭਾਵ ਤੇ ਪ੍ਰਭਾਵ ਐਸਾ ਹੈ, ਜਿਹੜੇ ਸਕੇ ਭਰਾ ਨੇ, ਮਿੱਤਰ ਨੇ ਤੇ ਕੁਟੰਬ ਪਰਿਵਾਰ ਦੇ ਮੈਂਬਰ ਨੇ, ਤੇ ਉਹ ਵੀ ਇਸ ਮਾਇਆ ਨੂੰ ਦੇਖ ਕੇ ਵਿਵਾਦੇ, ਝਗੜਾ ਕਰਨ ਲੱਗ ਜਾਂਦੇ ਨੇ। ਇਸ ਮਾਇਆ ਪਿੱਛੇ ਭਰਾਵਾਂ ਦੇ ਵਿੱਚ ਝਗੜੇ, ਮਿੱਤਰਾਂ ਵਿੱਚ ਝਗੜੇ, ਪਰਿਵਾਰਾਂ ਵਿੱਚ ਝਗੜੇ ਅਕਸਰ ਵੇਖੇ ਜਾ ਸਕਦੇ ਨੇ। किसी ही वाद काट किसी ही पै, सगरे ललडर मुआ, हम आई वसगत गुर प्रसादे। पंजवें सतगुरु धन गुरु अर्जन देव महाराज सच्चे पातशाह फरमाउंदे ने, गुरमुखो, ਇਹ ਜਿਹੜੀ ਮਾਇਆ ਸੀ ਗੁਰੂ ਦੀ ਕਿਰਪਾ ਦੇ ਨਾਲ ਸਾਡੇ ਵਸ ਵਿੱਚ ਆ ਗਈ ਹੈ। ਅਸਾਂ ਤੇ ਇਸ ਨੂੰ ਆਪਣੇ ਕਾਬੂ ਕਰ ਲਿਆ ਹੈ। ਕਿਉਂ? ਜਿਹੜੇ ਯੋਗੀ ਲੋਕ ਹੁੰਦੇ ਨੇ, ਸਪੇਲੇ ਹੁੰਦੇ ਨੇ, ਉਹਨਾਂ ਦੇ ਕੋਲ ਇੱਕ ਇਹੋ ਜਿਹਾ ਮੰਤਰ ਹੁੰਦਾ ਹੈ ਜਿਹਦੇ ਨਾਲ ਉਹ ਸੱਪਾਂ ਨੂੰ ਪਕੜ ਲੈਂਦੇ ਨੇ, ਜ਼ਹਿਰੀਲੇ ਸੱਪਾਂ ਨੂੰ ਵੀ ਕੀਲ ਲੈਂਦੇ ਨੇ। ਇਸੇ ਤਰ੍ਹਾਂ ਸਤਿਗੁਰੂ ਦੇ ਪਾਸ ਗਾਰੜੂ ਮੰਤਰ ਗੁਰੂ का शब्द है। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਜਿਨ੍ਹਾਂ ਨੂੰ ਵਾਹਿਗੁਰੂ ਮੰਤਰ, ਗੁਰ ਮੰਤਰ ਪ੍ਰਾਪਤ ਹੋ ਜਾਂਦਾ ਹੈ, ਜਿਹੜਾ ਉਸ ਦੇ ਨਾਲ ਜੁੜ ਜਾਂਦਾ ਹੈ, ਤੇ ਫਿਰ ਉਹਦੇ ਇਹ ਮਾਇਆ ਵਸ ਵਿੱਚ ਹੋ ਜਾਂਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਿਸ ਮਾਇਆ ਨੇ ਸਾਰਿਆਂ ਨੂੰ ਹੀ ਪ੍ਰਭਾਵਿਤ ਕੀਤਾ ਹੈ, ਗੁਰੂ ਦੀ ਕਿਰਪਾ ਨਾਲ ਇਹ ਸਾਡੇ ਵਸ ਵਿੱਚ ਆ ਗਈ ਹੈ। ਐਸਾ ਦੇਖ ਬਿਮੋਹਿਤ ਹੋਏ, ਸਾਧਕ ਸਿੱਧ ਸੁਰਦੇਵ ਮਨੁੱਖਾ, ਬਿਨ ਸਾਧੂ ਸਭ ਤਰੋਹਨ ਤਰੋਹੇ ਰਾਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਇਸ ਮਾਇਆ ਦਾ ਪ੍ਰਭਾਵ ਦੇਖ ਕੇ ਬੇਮੋਹਤ ਹੋਏ। ਬਈ ਦੇਖ ਲੋ, ਸਾਰੇ ਜੀਵ ਹੀ ਬੇਮੋਹਤ ਹੋਏ, ਬੇਵਿਸ਼ੇਸ਼ ਕਰਕੇ ਮੋਹਤ ਹੋ ਗਏ, ਮਾਇਆ ਦੇ ਦੀਵਾਨੇ ਹੋ ਗਏ, ਮਾਇਆ ਦੇ ਲਟੂਹੇ ਹੋ ਗਏ। ਸਾਰੇ ਮਾਇਆ ਨੇ ਪਾਗਲ ਕਰ ਦਿੱਤੇ। ਸਾਧਕ ਸਿੱਧ ਸੁਰਦੇਵ ਮਨੁੱਖਾ, ਬੜੇ ਬੜੇ ਸਾਧਨ ਕਰਨ ਵਾਲੇ ਤੇ ਸਿੱਧ ਸ਼ਕਤੀਆਂ ਵਾਲੇ ਗੋਰਖਨਾਥ ਤੇ ਮਛਿੰਦਰਨਾਥ ਵਰਗੇ, ਤੇ ਜਿਹੜੇ ਆਮ ਦੇਵਤੇ ਨੇ ਤੇ ਵੱਡੇ ਦੇਵਤੇ ਬ੍ਰਹਮਾ ਵਿਸ਼ਨੂੰ ਸ਼ਿਵਜੀ ਵਰਗੇ, ਤੇ ਜਿੰਨੇ ਵੀ ਮਨੁੱਖ ਨੇ, ਉਹ ਵੀ ਸਾਰੇ ਇਸ ਮਾਇਆ ਦੇ ਚਰਿੱਤਰ ਨੂੰ ਦੇਖ ਕੇ, ਮਾਇਆ ਦੇ ਪ੍ਰਭਾਵ ਨੂੰ ਦੇਖ ਕੇ ਸਾਰੇ ਹੀ ਬੇਮੋਹਤ ਹੋਏ। ਬਈ ਉਹ ਮੂਰਛਤ ਹੋ ਗਏ ਨੇ। ਬਿਨ ਸਾਧੂ ਸਭ ਤਰੋਹਣ ਤੋਹੇ। ਜਿਹੜੇ ਅਸਲੀ ਵਾਹਿਗੁਰੂ ਦੇ ਨਾਮ ਜਪਣ ਵਾਲੇ ਮਹਾਂਪੁਰਖ ਸਨ, ਜਿਨ੍ਹਾਂ ਦੇ ਅੰਦਰ ਸਵਾਸ ਗਿਰਾਸ ਵਾਹਿਗੁਰੂ ਦਾ ਸਿਮਰਨ ਚੱਲਦਾ ਹੈ, ਵੀ ਉਹੀ ਇਸ ਮਾਇਆ ਰੂਪ ਠੱਗਣੀ ਦੇ ਧੋਖੇ ਤੋਂ ਬਚੇ ਨੇ। ਤੇ ਨਹੀਂ ਤੇ ਇਸ ਨੇ ਸਭ ਨੂੰ ਹੀ ਮੋਹਿਤ ਕੀਤਾ ਹੋਇਆ ਹੈ, ਸਾਰਿਆਂ ਨੂੰ ਹੀ ਇਸ ਨੇ ਆਪਣੇ ਧੋਖੇ ਦਾ ਸ਼ਿਕਾਰ ਬਣਾਇਆ ਹੋਇਆ ਹੈ। ਜਦੋਂ ਆਪਾਂ ਮਹਾਂਪੁਰਖਾਂ ਦੇ ਜੀਵਨ ਵੱਲ ਨਿਗਾਹ ਮਾਰ ਕੇ ਦੇਖਦੇ ਹਾਂ, ਭਗਤ ਕਬੀਰ ਜੀ ਇੱਕ ਬਹੁਤ ਉੱਚ ਕੋਟੀ ਦੇ ਮਹਾਂਪੁਰਖ ਹੋਏ। ਉਹਨਾਂ ਦੇ ਬਾਰੇ ਵੀ ਇਹ ਪ੍ਰਸੰਗ ਆਉਂਦਾ ਹੈ। ਇੱਕ ਵਾਰੀ ਵਿਸ਼ਨੂੰ ਤੇ ਲక్ష్ਮੀ ਦੇ ਵਿੱਚ ਸੰਵਾਦ ਹੋਇਆ। ਵਿਸ਼ਨੂੰ ਕਹਿਣ ਲੱਗਾ, ਮੇਰੇ ਭਗਤ ਵੱਡੇ ਨੇ। ਲక్ష్ਮੀ ਕਹਿਣ ਲੱਗੀ, ਮੇਰੇ ਭਗਤ ਵੱਡੇ ਨੇ। ਤੇ ਲక్ష్ਮੀ ਕਹਿਣ ਲੱਗੀ, ਨਹੀਂ, ਮੇਰੇ ਭਗਤ ਵੱਡੇ ਹੁੰਦੇ ਨੇ। ਆਪਸ ਵਿੱਚ ਜਦੋਂ ਕੋਈ ਫੈਸਲਾ ਨਾ ਹੋਇਆ ਤੇ ਲక్ష్ਮੀ ਕਹਿਣ ਲੱਗੀ, ਫਿਰ ਆਪਾਂ ਪ੍ਰਤਿਆਵਾ ਕਰਕੇ ਹੀ ਵੇਖ ਲੈਨੇ ਹਾਂ। ਚਲੋ ਗੱਲਬਾਤ ਤੈਅ ਹੋ ਗਈ। ਲక్ష్ਮੀ ਕਹਿਣ ਲੱਗੀ, ਫਲਾਣੇ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡਾ ਅਮੀਰ ਆਦਮੀ, ਇੱਕ ਸ਼ਾਹੂਕਾਰ ਰਹਿੰਦਾ ਹੈ, ਉਹ ਮੇਰਾ ਭਗਤ ਹੈ। ਤੁਸੀਂ ਉਸ ਦੇ ਪਾਸ ਜਾਓ,
ਤੁਹਾਨੂੰ ਪਤਾ ਲੱਗੇਗਾ ਕਿ ਮੇਰੇ ਭਗਤ ਕਿਤਨੇ ਮਹਾਨ ਨੇ। ਜਦੋਂ ਲక్ష్ਮੀ ਇੱਕ ਮਹਾਰਾਣੀ ਦਾ ਰੂਪ ਧਾਰਨ ਕਰਕੇ ਉਸ ਸ਼ਹਿਰ ਵਿੱਚ ਗਈ, ਜਦੋਂ ਉਹ ਸ਼ਾਹੂਕਾਰ ਦੇ ਘਰ ਦੇ ਮੂਹਰੇ ਆਈ, ਉਹਨੇ ਕੁਝ ਸਮਾਂ ਉੱਥੇ ਰੁਕਣ ਦਾ ਇਸ਼ਾਰਾ ਕੀਤਾ। ਬਾਹਰ ਬੈਂਡ ਵਾਜੇ ਵੱਜ ਰਹੇ ਨੇ, ਬੜੇ ਸੇਵਾਦਾਰ ਨੌਕਰ ਚਾਕਰ ਇੱਧਰ ਉੱਧਰ ਭੱਜੇ ਫਿਰਦੇ ਨੇ। ਸ਼ਾਹੂਕਾਰ ਨੇ ਬਾਹਰ ਨਿਕਲ ਕੇ ਦੇਖਿਆ ਤੇ ਪੁੱਛਣ ਲੱਗਿਆ, ਇਹ ਭਈ ਕੌਣ ਹੈ? ਤਾਂ ਅੱਗੋਂ ਜਵਾਬ ਮਿਲਿਆ, ਇਹ ਮਹਾਰਾਣੀ ਲక్ష్ਮੀ ਜੀ ਆਏ ਨੇ। ਤੇ ਸ਼ਾਹੂਕਾਰ ਕਹਿਣ ਲੱਗਾ, ਧੰਨ ਭਾਗ ਨੇ, ਇਹਨਾਂ ਨੇ ਤਸ਼ਰੀਫ ਲਿਆਂਦੀ, ਦਰਸ਼ਨ ਦਿੱਤੇ ਨੇ, ਕੋਈ ਮੈਨੂੰ ਵੀ ਸੇਵਾ ਦਾ ਵਕਤ ਦਿਓ। ਤੇ ਅੱਗੋਂ ਲక్ష్ਮੀ ਨੇ ਆਖਿਆ, ਮੈਨੂੰ ਪਾਣੀ ਦੀ ਪਿਆਸ ਲੱਗੀ ਹੋਈ ਹੈ, ਮੈਨੂੰ ਪਾਣੀ ਜਲ ਛਕਾਇਆ ਜਾਵੇ। ਉਹ ਸ਼ਾਹੂਕਾਰ ਆਪਣੇ ਘਰੋਂ ਕੋਈ ਬਰਤਨ ਭਰ ਕੇ ਪਾਣੀ ਦਾ ਲੈ ਆਇਆ। ਕਹਿਣ ਲੱਗਾ, ਲਓ ਲక్ష్ਮੀ ਜੀ, ਅੱਜ ਜਲ ਛਕੋ। ਅੱਗੋਂ ਕਹਿਣ ਲੱਗੀ, ਮੈਂ ਕਿਸੇ ਦੇ ਭਾਂਡੇ ਵਿੱਚ ਨਹੀਂ ਛਕਦੀ, ਮੈਂ ਆਪਣੇ ਭਾਂਡਿਆਂ ਵਿੱਚ ਛਕਦੀ ਹਾਂ। ਉਸਨੇ ਆਪਣੇ ਰਸੋਈਏ ਨੂੰ, ਸੇਵਾਦਾਰ ਨੂੰ ਹੁਕਮ ਕੀਤਾ। ਉਹਨੇ ਸੋਨੇ ਦਾ ਕਟੋਰਾ ਕੱਢਿਆ ਤੇ ਪਾਣੀ ਭਰ ਕੇ ਲੈ ਆਂਦਾ ਤੇ ਪਾਣੀ ਭਰ ਕੇ ਲక్ష్ਮੀ ਨੂੰ ਦਿੱਤਾ। ਤੇ ਉਸਨੇ ਪਾਣੀ ਪੀ ਕੇ ਤੇ ਜਿਹੜਾ ਕਟੋਰਾ ਸੀ ਪਰੇ ਵਗਾ ਕੇ ਸੁੱਟ ਦਿੱਤਾ। ਤੇ ਸ਼ਾਹੂਕਾਰ ਵੇਖ ਕੇ ਬੜਾ ਹੈਰਾਨ ਹੋਇਆ। ਕਹਿਣ ਲੱਗਾ, ਸੋਨੇ ਦਾ ਕਟੋਰਾ ਹੈ ਤੇ ਇਸਨੇ ਉਹਨੂੰ ਪਰੇ ਵਗਾ ਕੇ ਕਿਉਂ ਸੁੱਟ ਦਿੱਤਾ? ਉਹਨੇ ਸੋਚਿਆ ਵੀ ਸ਼ਾਇਦ ਕੋਈ ਇਹਦੀ ਆਪਣੀ ਬੇਪਰਵਾਹੀ ਹੈ। ਤੇ ਉਸਨੇ ਉਹ ਕਟੋਰਾ ਸਾਫ਼ ਕੀਤਾ, ਦੁਬਾਰਾ ਮੁੜ ਕੇ ਫਿਰ ਲੈ ਆਇਆ। ਕਹਿਣ ਲੱਗਾ, ਲਓ ਲక్ష్ਮੀ ਜੀ, ਇਹ ਤੁਹਾਡੀ ਅਮਾਨਤ ਹੈ, ਇਹ ਤੁਹਾਡਾ ਸੋਨੇ ਦਾ ਕਟੋਰਾ ਹੈ। ਉਹ ਅੱਗੋਂ ਕਹਿਣ ਲੱਗੀ, ਇਹ ਮੇਰੇ ਨਹੀਂ ਹੁਣ ਕੰਮ ਦਾ ਰਿਹਾ, ਮੈਂ ਤੇ ਇੱਕੋ ਵਾਰੀ ਹੀ ਖਾਨੀ ਹਾਂ, ਜਿਸ ਭਾਂਡੇ ਨੂੰ ਇੱਕ ਵਾਰੀ ਵਰਤ ਲਵਾਂ ਫਿਰ ਸੁੱਟ ਦੇਣੀ ਹੈ। ਸ਼ਾਹੂਕਾਰ ਸੋਚਣ ਲੱਗਾ, ਬਈ ਜੇ ਕਿਧਰੇ ਲక్ష్ਮੀ 2-4 ਦਿਨ ਮੇਰੇ ਪਾਸ ਠਹਿਰ ਜਾਵੇ, ਇਹਦੇ ਕੋਲੇ ਸੋਨੇ ਦੀ ਕੋਈ ਕਮੀ ਨਹੀਂ ਹੈ, ਇਸ ਲਈ ਮੇਰੇ ਤੇ ਘਰ ਭਾਗ ਲੱਗ ਜਾਣਗੇ। ਉਧਰ ਦੂਜੇ ਪਾਸੇ ਜਿਹੜਾ ਵਿਸ਼ਨੂੰ ਸੀ, ਉਹ ਸਾਧੂ ਦੇ ਰੂਪ ਦੇ ਵਿੱਚ ਉਸ ਸ਼ਾਹੂਕਾਰ ਦੇ ਬੰਗਲੇ ਵਿੱਚ ਠਹਿਰਿਆ ਹੋਇਆ ਸੀ। ਤੇ ਸ਼ਾਹੂਕਾਰ ਨੇ ਲక్ష్ਮੀ ਨੂੰ ਬੇਨਤੀ ਕੀਤੀ, ਮਹਾਰਾਜ ਤੁਸੀਂ ਕੁਝ ਸਮਾਂ ਮੇਰੇ ਪਾਸ ਠਹਿਰੋ। ਉਹ ਕਹਿਣ ਲੱਗੀ, ਜੇ ਮੇਰੇ ਜਗ੍ਹਾ ਪਸੰਦ ਆ ਗਈ ਫਿਰ ਮੈਂ ਠਹਿਰ ਸਕਦੀ ਹਾਂ। ਤੇ ਉਹਨੇ ਆਖਿਆ ਵੀ ਤੁਸੀਂ ਜਿਹੜੀ ਜਗ੍ਹਾ ਮਰਜ਼ੀ ਪਸੰਦ ਕਰ ਲਓ। ਜਿੱਥੇ ਉਹ ਵਿਸ਼ਨੂੰ ਸਾਧੂ ਦੇ ਰੂਪ ਦੇ ਵਿੱਚ ਬੈਠਾ ਸੀ, ਭਜਨ ਪਾਠ ਕਰ ਰਿਹਾ ਸੀ, ਉਹ ਲక్ష్ਮੀ ਉੱਥੇ ਚਲੀ ਗਈ ਤੇ ਜਾ ਕੇ ਕਹਿਣ ਲੱਗੀ ਸ਼ਾਹੂਕਾਰ ਨੂੰ, ਆਹ ਬੰਗਲਾ, ਆਹ ਜਗ੍ਹਾ ਮੈਨੂੰ ਪਸੰਦ ਹੈ। ਤੇ ਉਸ ਵੇਲੇ ਸ਼ਾਹੂਕਾਰ ਨੇ ਆਪਣੇ ਨੌਕਰਾਂ ਨੂੰ ਭੇਜਿਆ, ਜਾਓ ਜਾ ਕੇ ਉਹ ਸਾਧੂ ਨੂੰ ਕਹਿ ਦਿਓ ਉਹ ਬੰਗਲਾ ਖਾਲੀ ਕਰ ਦੇਵੇ। ਤੇ ਜਦੋਂ ਉਹ ਨੌਕਰਾਂ ਨੇ ਜਾ ਕੇ ਕਿਹਾ ਵੀ ਤੂੰ ਬੰਗਲਾ ਖਾਲੀ ਕਰ ਦੇ, ਉਹ ਕਹਿੰਦਾ, ਹਾਲੇ ਮੈਂ ਕੱਲ ਆਇਆ ਹਾਂ ਤੇ ਤੁਸੀਂ ਮੈਨੂੰ ਕਿਹਾ ਵੀ ਤੂੰ ਜਿੰਨਾ ਚਿਰ ਮਰਜ਼ੀ ਇੱਥੇ ਬੈਠ ਕੇ ਭਜਨ ਪਾਠ ਕਰ, ਤੁਸੀਂ ਅੱਜ ਮੈਨੂੰ ਉਠਾਉਣ ਲੱਗ ਪਏ ਹੋ। ਉਹ ਕਹਿਣ ਲੱਗੇ, ਨਹੀਂ, ਸ਼ਾਹ ਦਾ ਹੁਕਮ ਹੈ, ਤੈਨੂੰ ਇਹ ਬੰਗਲਾ ਖਾਲੀ ਕਰਨਾ ਹੀ ਪਵੇਗਾ। ਉਹ ਸਾਧੂ ਕਹਿਣ ਲੱਗਾ, ਚਲੋ ਮੈਂ ਖਿਚੜੀ ਰੱਖੀ ਹੋਈ ਹੈ, ਉਹ ਰਿੱਝ ਜਾਵੇ ਤੇ ਫਿਰ ਮੈਂ ਖਿਚੜੀ ਖਾ ਕੇ ਇਹ ਬੰਗਲਾ ਕਮਰਾ ਤੁਹਾਡਾ ਖਾਲੀ ਕਰ ਦੇਵਾਂਗਾ। ਤੇ ਜਦੋਂ ਸ਼ਾਹੂਕਾਰ ਨੂੰ ਇਸ ਗੱਲ ਦਾ ਪਤਾ ਲੱਗਿਆ, ਉਹ ਕਹਿਣ ਲੱਗਾ, ਕਿਧਰੇ ਇਹ ਲక్ష్ਮੀ ਨਾਰਾਜ਼ ਹੀ ਨਾ ਹੋ ਜਾਵੇ ਜੇ ਜ਼ਿਆਦਾ ਚਿਰ ਇਹਨੂੰ ਇੱਥੇ ਖੜਨਾ ਪਿਆ। ਤੇ ਆਪਦੇ ਨੌਕਰਾਂ ਨੂੰ ਕਹਿਣ ਲੱਗਾ, ਉਸ ਸਾਧੂ ਨੂੰ ਆਖੋ ਵੀ ਖਿਚੜੀ ਆਪਦੀ ਫਿਰ ਬਾਅਦ ਵਿੱਚ ਜਾ ਕੇ ਰਿੰਨ ਲਵੇ, ਇੱਕ ਵਾਰੀ ਹੁਣੇ ਕਮਰਾ ਖਾਲੀ ਕਰੇ। ਤੇ ਜਦੋਂ ਉਹ ਦੁਬਾਰਾ ਉਸਦੇ ਨੌਕਰ ਗਏ ਤੇ ਉਹਨੇ ਫੇਰ ਤਰਲਾ ਕੀਤਾ, ਕਹਿੰਦਾ ਸਿਰਫ 5 ਮਿੰਟ ਦੀ ਗੱਲ ਹੈ, ਮੇਰੀ ਖਿਚੜੀ ਰਿੱਝਣ ਵਾਲੀ, ਤੁਸੀਂ ਰਿੱਝ ਲੈਣ ਦਿਓ। ਪਰ ਉਹ ਕਦੋਂ ਉਹ ਕੋਈ ਗੱਲ ਸੁਣਨ ਲਈ ਤਿਆਰ ਹੋਣ, ਤੇ ਉਹਨਾਂ ਨੇ ਕੀ ਕੀਤਾ, ਸ਼ਾਹੂਕਾਰ ਦਾ ਹੁਕਮ ਸੀ, ਉਹਨਾਂ ਨੇ ਜਿਹੜੀ ਅੱਧ ਕੱਚੀ ਪੱਕੀ ਖਿਚੜੀ ਸੀ ਤੇ ਉਹ ਸਾਧੂ ਦੇ ਪੱਲੇ ਵਿੱਚ, ਝੋਲੀ ਵਿੱਚ ਹੀ ਪਾ ਦਿੱਤੀ। ਤੇ ਉਹਨੂੰ ਮਾਰੇ ਧੱਕੇ, ਕਹਿਣ ਲੱਗੇ, ਫਟਾਫਟ ਬਾਹਰ ਨਿਕਲ ਜਾ, ਨਹੀਂ ਤੇ ਜੇ ਸ਼ਾਹੂਕਾਰ ਆ ਗਿਆ ਤੇ ਤੇਰਾ ਬੁਰਾ ਹਾਲ ਕਰ ਦਿਆਂਗੇ। ਤੇ ਬਸ ਉਹ ਸਾਧੂ ਵਿਚਾਰਾ ਤੁਰਿਆ ਜਾਵੇ, ਪਿੱਛ ਚੋਂਦੀ ਜਾਵੇ। ਤੇ ਜਿਹੜੀ ਉਹ ਲక్ష్ਮੀ ਬਾਹਰ ਖੜੀ ਤਾੜੀਆਂ ਮਾਰ ਮਾਰ ਕੇ ਹੱਸ ਪਈ ਤੇ ਕਹਿਣ ਲੱਗੀ, ਦੇਖਿਆ ਭਗਵਾਨ ਜੀ ਮੇਰੇ ਭਗਤਾਂ ਦਾ ਪ੍ਰਤਾਪ, ਆ ਦੇਖ ਲਓ ਤੁਹਾਡੀ ਪਿੱਛ ਚੋਂਦੀ ਜਾਂਦੀ ਹੈ। ਉਸ ਵੇਲੇ ਉਹ ਭਗਵਾਨ ਕਹਿਣ ਲੱਗਾ, ਚੱਲ ਕੋਈ ਗੱਲ ਨਹੀਂ, ਤੂੰ ਵੀ ਆਪਦਾ ਸਾਰਾ ਕੁਝ ਦਿਖਾ ਦਿੱਤਾ, ਪਰ ਹੁਣ ਤੂੰ ਮੇਰੇ ਭਗਤਾਂ ਦਾ ਵੀ ਪ੍ਰਤਾਪ ਵੇਖ।
ਲక్ష్ਮੀ ਕਹਿਣ ਲੱਗੀ, ਅੱਛਾ ਦੱਸੋ ਤੁਹਾਡਾ ਭਗਤ ਕਿਹੜਾ ਸਭ ਤੋਂ ਵੱਡਾ? ਤੇ ਵਿਸ਼ਨੂੰ ਕਹਿਣ ਲੱਗਾ, ਮੇਰਾ ਭਗਤ ਭਗਤ ਕਬੀਰ ਕਾਂਸ਼ੀ ਵਿੱਚ ਰਹਿੰਦਾ, ਉਹ ਬਹੁਤ ਵੱਡਾ ਭਗਤ ਹੈ। ਕਹਿਣ ਲੱਗੀ, ਅੱਛਾ ਫਿਰ ਮੈਂ ਉਹਦੇ ਕੋਲ ਜਾਵਾਂਗੀ। ਤੇ ਜਿਹੜੀ ਉਹ ਲక్ష్ਮੀ ਸੀ ਤੇ ਫਿਰ ਇੱਕ ਬੜੀ ਸੁੰਦਰ ਇਸਤਰੀ ਦਾ ਰੂਪ ਧਾਰਨ ਕਰਕੇ ਬੜੇ ਸੁੰਦਰ ਹਾਰ ਸ਼ਿੰਗਾਰ ਲਾ ਕੇ ਭਗਤ ਕਬੀਰ ਜੀ ਦੇ ਪਾਸ ਚਲੀ ਗਈ ਤੇ ਜਾ ਕੇ ਕਹਿਣ ਲੱਗੀ, ਭਗਤ ਜੀ ਮੈਂ ਤਾਣੀ ਬਣਵਾਉਣੀ ਹੈ। ਭਗਤ ਜੀ ਕਹਿਣ ਲੱਗੇ, ਬੀਬੀ ਸਾਡਾ ਅਸੂਲ ਹੈ, ਅਸੀਂ ਵਾਰੀ ਸਿਰ ਕੰਮ ਕਰਦੇ ਹਾਂ, ਹਾਲੇ ਸਾਡੇ ਕੋਲ ਹੋਰ ਬਹੁਤ ਕੰਮ ਪਿਆ ਹੈ, ਤੂੰ ਫੇਰ ਆਵੀਂ। ਉਹ ਕਹਿਣ ਲੱਗੀ, ਨਹੀਂ ਮੈਂ ਤੁਹਾਨੂੰ ਦੁੱਗਣੀ ਮਜ਼ਦੂਰੀ ਦੇ ਦੇਵਾਂਗੀ ਤੇ ਤੁਸੀਂ ਮੇਰੀ ਤਾਣੀ ਪਹਿਲਾਂ ਬਣਾ ਦਿਓ। ਭਗਤ ਜੀ ਕਹਿਣ ਲੱਗੇ, ਬੀਬੀ ਤੈਨੂੰ ਇੱਕ ਵਾਰੀ ਕਹਿ ਦਿੱਤਾ, ਹੁਣ ਤੂੰ ਚਲੀ ਜਾ। ਉਹ ਕਹਿੰਦੀ, ਮਹਾਰਾਜ ਤਿੱਗਣੀ ਦਿਹਾੜੀ ਦੇ ਦਿਆਂਗੀ, ਚੌਗਣੀ ਵੀ ਦੇ ਦਿਆਂਗੀ, 10 ਗੁਣਾ ਵੀ ਦੇ ਦਿਆਂਗੀ। ਤੇ ਭਗਤ ਜੀ ਕਹਿਣ ਲੱਗੇ, ਤੇ ਕੋਈ ਸਾਡੇ ਨਾਲ ਮਾਇਆ ਧੋਖਾ ਕਰਨ ਵਾਸਤੇ ਆਈ ਹੈ। ਭਗਤ ਜੀ ਹਾਲੇ ਬੈਠੇ ਹੀ ਸਨ। ਕਹਿਣ ਲੱਗੇ, ਬੀਬੀ ਤੈਨੂੰ ਅਸੀਂ ਹੱਥ ਜੋੜਦੇ ਹਾਂ, ਤੂੰ ਚਲੀ ਜਾ, ਆਪਣੀ ਇੱਜ਼ਤ ਲੈ ਕੇ ਵਾਪਸ ਚਲੀ ਜਾ। ਉਹ ਕਹਿਣ ਲੱਗੀ, ਨਹੀਂ ਮੈਂ ਤੇ ਆਪਣਾ ਕੰਮ ਕਰਵਾ ਕੇ ਹੀ ਜਾਵਾਂਗੀ। ਤੇ ਫਿਰ ਉਹਨੇ ਕੀ ਕੀਤਾ, ਉਹਦੇ ਹੱਥ ਵਿੱਚ ਪਾਰਸ ਦੀ ਵੱਟੀ ਸੀ। ਜਿਹੜੇ ਭਗਤ ਕਬੀਰ ਜੀ ਦੇ ਕੱਪੜਾ ਬੁਣਨ ਵਾਲੇ ਕੋਈ ਸੰਦ ਸਨ, ਕੋਈ ਲੋਹੇ ਦੇ ਵੀ ਸਨ, ਤੇ ਉਹਨਾਂ ਨੂੰ ਪਾਰਸ ਦੀ ਵੱਟੀ ਲਾ ਕੇ ਸਾਰੇ ਸੋਨੇ ਦੇ ਬਣਾ ਦਿੱਤੇ। ਜਦੋਂ ਸੋਨੇ ਦੇ ਬਣ ਗਏ ਤੇ ਭਗਤ ਕਬੀਰ ਜੀ ਕਹਿਣ ਲੱਗੇ, ਵੀ ਸਾਡੇ ਤਾਂ ਇਹ ਲੋਹੇ ਦੇ ਸੰਦ ਸਨ, ਸੋਨੇ ਦੇ ਕਿਵੇਂ ਬਣ ਗਏ? ਤੇ ਉਹ ਲక్ష్ਮੀ ਹੱਸਣ ਲੱਗ ਪਈ, ਕਹਿੰਦੀ ਇਹ ਮੇਰਾ ਪ੍ਰਤਾਪ ਹੈ, ਜਿਹੜੀ ਚੀਜ਼ ਨੂੰ ਮੈਂ ਹੱਥ ਲਾ ਦੇਵਾਂ ਉਹ ਮਿੱਟੀ ਵੀ ਸੋਨਾ ਬਣ ਜਾਂਦੀ, ਲੋਹਾ ਵੀ ਸੋਨਾ ਬਣ ਜਾਂਦਾ, ਦੇਖ ਲਓ ਹਾਲੇ ਵੀ। ਤੇ ਜਦੋਂ ਇੰਨੀ ਗੱਲ ਆਖੀ ਤੇ ਫਿਰ ਕਬੀਰ ਭਗਤ ਜੀ ਕਹਿਣ ਲੱਗੀ, ਅੱਛਾ ਫਿਰ ਹੁਣ ਤੂੰ ਸਾਡਾ ਨਹੀਂ ਨਾ ਬਚਨ ਮੰਨਿਆ, ਹੁਣ ਫਿਰ ਠਹਿਰ ਜਾ, ਤੈਨੂੰ ਹੁਣ ਅਸੀਂ ਦੂਜੇ ਤਰ੍ਹਾਂ ਹੀ ਤੈਨੂੰ ਤੋਰਦੇ ਹਾਂ। ਅੰਦਰ ਜਾ ਕੇ ਆਪਣੀ ਘਰਵਾਲੀ ਲੋਈ ਨੂੰ ਕਹਿਣ ਲੱਗੇ, ਨਾਲ ਹੀ ਬੱਚੇ ਵੀ ਨੌਜਵਾਨ ਸਨ, ਕਮਾਲਾ ਤੇ ਕਮਾਲੀ, ਕਹਿਣ ਲੱਗੇ ਫਟਾਫਟ ਆਓ ਇੱਧਰ। ਉਹ ਵੀ ਆ ਗਏ ਤੇ ਭਗਤ ਜੀ ਕਹਿਣ ਲੱਗੇ, ਕਮਾਲੇ ਨੂੰ ਕਹਿੰਦੇ, ਇਉਂ ਕਰ ਇੱਕ ਵੀ ਇਹ ਚਾਕੂ ਵੀ ਲਾਇਆ, ਸ਼ੁਰੂ ਵੀ ਨਾਲ ਲਾਇਆ। ਉਹ ਕਹਿੰਦੇ, ਮਹਾਰਾਜ ਇਹ ਕੀ ਕਰਨੀ ਹੈ? ਕਹਿੰਦੇ, ਕੋਈ ਨਹੀਂ ਤੁਹਾਨੂੰ ਫੇਰ ਦੱਸਾਂਗੇ। ਉਹ ਜਦੋਂ ਛੁਰੀ ਲੈ ਆਏ ਤੇ ਭਗਤ ਜੀ ਨੇ ਇਸ਼ਾਰਾ ਕੀਤਾ ਤੇ ਉਹਨਾਂ ਨੇ ਉਹ ਜਿਹੜੀ ਮਾਇਆ ਛਲ ਕਰਨ ਵਾਸਤੇ ਆਈ ਸੀ ਤੇ ਉਹਦਾ ਪਹਿਲਾਂ ਤਾਂ ਨੱਕ ਵੱਢਿਆ, ਫਿਰ ਉਹਦੇ ਕੰਨ ਵੱਢ ਦਿੱਤੇ ਤੇ ਫਿਰ ਉਹਦੀ ਗੁੱਤ ਕੱਟ ਦਿੱਤੀ ਤੇ ਕਹਿੰਦੇ, ਚੰਗਾ ਹੁਣ ਨਿਕਲ ਜਾ ਇੱਥੋਂ। ਇਹ ਜਿਹੜੀਆਂ ਗੱਲਾਂ ਨੇ ਕਈ ਤਾਂ ਕਹਿੰਦੇ ਸ਼ਾਇਦ ਕੋਲੋਂ ਬਣਾਈਆਂ ਹੋਈਆਂ, ਨਹੀਂ, ਗੁਰਬਾਣੀ ਵਿੱਚ ਇਹ ਸੰਕੇਤ ਆਏ ਨੇ, ਨਾਕਹੁ ਕਾਟੀ ਕਾਨਹੁ ਕਾਟੀ ਕਾਟ ਕੂਟ ਕੈ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਤੇ ਹੁਣ ਇਹਦੇ ਕੰਨਾਂ ਦੇ ਵਿੱਚੋਂ ਵੀ, ਨੱਕ ਦੇ ਵਿੱਚੋਂ ਵੀ ਲਹੂ ਵਗ ਰਿਹਾ ਹੈ ਤੇ ਗੁੱਤ ਕੱਟੀ ਹੋਈ ਹੈ ਤੇ ਬੜੀ ਦਹਿਲੀ ਹੋਈ, ਘਬਰਾਈ ਹੋਈ ਇਹ ਭਗਤ ਕਬੀਰ ਜੀ ਦੇ ਘਰੋਂ ਨਿਕਲੀ ਤੇ ਅੱਗੋਂ ਭਗਵਾਨ ਵਿਸ਼ਨੂੰ ਮਿਲਿਆ। ਕਹਿਣ ਲੱਗਾ, ਲక్ష్ਮੀ ਸੁਣਾ ਤੇਰਾ ਕੀ ਹਾਲ ਹੈ? ਤੇ ਲక్ష్ਮੀ ਕਹਿੰਦੀ, ਤੁਹਾਡੇ ਭਗਤ ਬੜੇ ਡਾਢੇ ਨੇ। ਕਹਿੰਦਾ, ਮੇਰੀ ਤਾਂ ਪੈਛੀ ਚਾਹੁੰਦੀ ਸੀ, ਤੇਰੇ ਲਹੂ ਦੀਆਂ ਧਾਰਾਂ ਵਗਦੀਆਂ, ਹੁਣ ਸੋਚ ਲੈ ਕਿਹਦੇ ਭਗਤ ਵੱਡੇ ਹੁੰਦੇ ਨੇ। ਤੇ ਫਿਰ ਲక్ష్ਮੀ ਨੂੰ ਮੰਨਣਾ ਪਿਆ। ਕਹਿੰਦੀ, ਭਗਵਾਨ ਜੀ ਤੁਹਾਡੇ ਭਗਤ ਹੀ ਵੱਡੇ ਨੇ। ਇੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਿਨ ਸਾਧੂ ਸਭ ਤਰੋਹਣ ਤਰੋਹੇ। ਬਈ ਜਿਹੜੇ ਵਾਹਿਗੁਰੂ ਦੇ ਪਿਆਰੇ ਭਗਤ ਕਬੀਰ ਜੀ ਵਰਗੇ ਵਿਰਲੇ ਮਹਾਂਪੁਰਖ ਬਚੇ ਨੇ, ਨਹੀਂ ਤੇ ਇਸ ਮਾਇਆ ਰੂਪੀ ਠੱਗਣੀ ਨੇ ਸਾਰੇ ਹੀ ਤਰੋਹੇ ਦਾ ਅਰਥ ਠੱਗ ਲਏ ਹਨ। ਇੱਕ ਫਿਰ ਹੈ ਉਦਾਸੀ ਤਿਨ ਕਾਮ ਵਿਆਪੈ, ਇੱਕ ਸੰਚਹਿ ਗਿਰੀ ਤਿਨ ਹੋਏ ਨਾ ਆਪੈ। ਰਹਾਉ ਵਿਸਰਾਮ ਦੇ ਕੇ ਅੱਗੇ ਹਜ਼ੂਰ ਫਰਮਾਉਂਦੇ ਨੇ, ਇੱਕ ਫਿਰ ਹੈ ਉਦਾਸੀ। ਇੱਕ ਦੁਨੀਆ ਦੇ ਵਿੱਚ ਉਦਾਸੀ ਸਾਧੂ ਵੀ ਫਿਰਦੇ ਨੇ। ਕਹਿੰਦੇ ਅਸੀਂ ਉਦਾਸ ਇੱਕ ਸੰਪਰਦਾ ਵੀ ਹੈ, ਉਦਾਸੀਆਂ ਦੀ ਸੰਪਰਦਾ ਵੀ ਹੈ। ਇੱਕ ਫਿਰ ਹੈ ਉਦਾਸੀ, ਇੱਕ ਦੁਨੀਆ ਦੇ ਵਿੱਚੋਂ ਉਦਾਸ ਹੋ ਕੇ, ਉਦਾਸੀ ਹੋ ਕੇ ਫਿਰਦੇ ਨੇ। ਤਿਨ ਕਾਮ ਵਿਆਪੈ, ਉਹਨਾਂ ਨੂੰ ਵੀ ਇਹ ਮਾਇਆ ਕਾਮ ਵਾਸ਼ਨਾ ਰੂਪ ਹੋ ਕੇ ਵਿਆਪਦੀ ਹੈ। ਭਾਵ ਜਿਹੜੇ ਸਾਧੂ ਘਰ-ਬਾਰ ਛੱਡ ਕੇ ਸੰਨਿਆਸ ਲੈ ਲੈਂਦੇ ਨੇ, ਫਿਰ ਉਹਨਾਂ ਦੇ ਮਨ ਦੇ ਵਿੱਚ ਵੀ ਕਦੇ ਖਾਣ ਦੀ, ਪੀਣ ਦੀ, ਪਹਿਨਣ ਦੀ, ਭੋਗਣ ਦੀ ਇੱਛਾ ਤਾਂ ਫੁਰਦੀ ਹੈ ਨਾ, ਇਹ ਉਹਨਾਂ ਨੂੰ ਵੀ ਕਾਮਨਾ ਰੂਪ ਹੋ ਕੇ ਵਿਆਪਦੀ ਹੈ। ਕਿਸੇ ਵਿਦਵਾਨ ਨੇ ਕਾਮ ਦੇ ਬਾਰੇ ਬੜਾ ਸੁੰਦਰ ਇੱਕ ਦੋਹਰਾ ਲਿਖਿਆ ਹੈ, ਕਾਮ ਕਾਮ ਸਭ ਕੋ ਕਹਿ, ਕਾਮ ਨਾ ਜਾਣੈ ਕੋਏ, ਜੇਤੀ ਮਨ ਕੀ ਕਾਮਨਾ ਕਾਮ ਕਹਾਵੈ ਸੋਏ। ਮਨ ਦੀਆਂ ਜਿੰਨੀਆਂ ਕਾਮਨਾਵਾਂ ਨੇ ਉਹਨਾਂ ਨੂੰ ਕਾਮ ਦੇ ਵਿੱਚ ਹੀ ਸ਼ਾਮਲ ਕੀਤਾ ਗਿਆ। ਇੱਕ ਫਿਰ ਹੈ ਉਦਾਸੀ, ਇੱਕ ਜਿਹੜੇ ਉਦਾਸੀ ਹੋ ਕੇ ਸੰਸਾਰ ਵਿੱਚ ਵਿਚਰਦੇ ਨੇ,
ਉਹਨਾਂ ਨੂੰ ਕਾਮ ਵਾਸ਼ਨਾ ਰੂਪ ਹੋ ਕੇ ਮਾਇਆ ਵਿਆਪ ਰਹੀ ਹੈ। ਇੱਕ ਸੰਚਾ ਹੈ ਗ੍ਰਹੀ ਤਿਨ ਹੋਏ ਨਾ ਆਪੈ। ਇੱਕ ਜਿਹੜੇ ਗ੍ਰਸਤੀ ਲੋਕ ਨੇ ਉਹ ਵੀ ਮਾਇਆ ਨੂੰ ਸੰਚਾ ਇਕੱਤਰ ਕਰਦੇ ਨੇ, ਜਮਾ ਕਰੀ ਜਾਂਦੇ ਨੇ। ਸਹਿਸ ਕਟੇ ਲੱਖ ਕੋ ਉਠਤਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਤਿਨ ਹੋਏ ਨਾ ਆਪੈ। ਤੇ ਫਿਰ ਉਹਨਾਂ ਦੀ ਵੀ ਆਪਣੀ ਨਹੀਂ ਬਣਦੀ। ਜਿਹੜੇ ਗ੍ਰਸਤੀ ਮਾਇਆ ਇਕੱਠੀ ਕਰਦੇ ਰਹਿ ਜਾਂਦੇ ਨੇ, ਤੇ ਉਹ ਕਿਸੇ ਕਵੀ ਨੇ ਲਿਖਿਆ ਹੈ, ਖੋਦਤ ਖੋਦਤ ਮੂਸਾ ਮਰ ਗਿਆ ਮੌਜ ਲੋਈ ਭੋਇੰਗੇ ਨੇ, ਸੰਚਤ ਸੰਚਤ ਕਿਰਪਨ ਮਰ ਗਿਆ ਮੌਜ ਲਈ ਸਤਸੰਗੇ ਨੇ। ਚੂਹਾ ਖੁੱਡ ਪੱਟਦਾ ਪੱਟਦਾ ਮਰ ਜਾਂਦਾ ਤੇ ਆ ਕੇ ਸੱਪ ਪ੍ਰਵੇਸ਼ ਹੋ ਜਾਂਦਾ ਤੇ ਚੂਹਾ ਫਿਰ ਨੇੜੇ ਨਹੀਂ ਲੱਗਦਾ। ਭਾਵ ਮਿਹਨਤ ਚੂਹਾ ਕਰਦਾ ਰਹਿ ਜਾਂਦਾ ਤੇ ਸੱਪ ਮੌਜਾਂ ਕਰਦਾ। ਇਸੇ ਤਰ੍ਹਾਂ ਕਈ ਸੋਮ ਆਦਮੀ ਨੇ ਉਹ ਮਾਇਆ ਇਕੱਠੀ ਕਰਦੇ ਕਰਦੇ ਮਰ ਜਾਂਦੇ ਨੇ, ਤੇ ਜਿਹੜੇ ਸਤਸੰਗਤ ਕਰਨ ਵਾਲੇ ਕੋਈ ਦਾਨੀ ਪੁਰਸ਼ ਨੇ, ਸੇਵਾ ਕਰਨ ਵਾਲੇ, ਉਹ ਭਾਈ ਮਾਇਆ ਰਾਹੀਂ ਸੇਵਾ ਕਰਕੇ ਆਪਣੀ ਕਿਰਤ ਕਮਾਈ ਸਫਲ ਕਰਦੇ ਨੇ ਤੇ ਜਸ ਕਰਵਾਉਂਦੇ ਹਨ। ਲੋ ਹਜ਼ੂਰ ਕਹਿੰਦੇ ਨੇ ਇੱਕ ਇਹੋ ਜਿਹੇ ਵੀ ਗ੍ਰਸਤੀ ਲੋਕ ਨੇ ਜਿਹੜੇ ਮਾਇਆ ਇਕੱਠੀ ਕਰੀ ਜਾਂਦੇ ਨੇ, ਤਿੰਨ ਹੋਏ ਨਾ ਆਪੈ, ਉਹਨਾਂ ਦੀ ਵੀ ਆਪਣੀ ਨਹੀਂ ਬਣਦੀ।